ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਗ੍ਰੀਨ ਕਾਰਡ ਲੋਟਰੀ ਪਾਸਪੋਰਟ ਦੇ ਨਿਯਮ ਹੋਏ ਸਖਤ, ਭਾਰਤੀ ਫਿਲਹਾਲ ਇਸ ਦੇ ਯੋਗ ਨਹੀਂ। ਅਮਰੀਕਾ ਤੋਂ ਡਿਪੋਰਟ ਹੋ ਰਹੇ 3 ਪੰਜਾਬੀ ਡਰਾਈਵਰ। ਡੋਨਾਲਡ ਟਰੰਪ ਨੇ ਸਰਕਾਰੀ ਧੋਖਾਧੜੀ ਤੇ ਸ਼ਿਕੰਜਾ ਕੱਸਣ ਦੇ ਲਈ ਬਣਾਈ ਟਾਸਕ ਫੋਰਸ। ਲੰਡਨ ਬਦਲਾ ਸਾਜ਼ਿਸ਼, ਜਨਰਲ ਕੁਲਦੀਪ ਸਿੰਘ ਬਰਾੜ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿੱਚ 3 ਸਿੱਖ ਪੁਰਸ਼ਾਂ ਨੂੰ ਜੇਲ੍ਹ। ਵੋਟਰ ਸੂਚੀਆਂ ਨੂੰ ਠੀਕ ਕਰਨ ਨਾਲ ਵਿਸ਼ਵਾਸ ਬਹਾਲ ਹੋਵੇਗਾ, ਢਿੱਲੋਂ। US ਕੈਨੇਡਾ ਵਿੱਚ ਬਰਫੀਲੇ ਤੂਫਾਨ, ਹਜ਼ਾਰਾਂ ਫਲਾਈਟਸ ਰੱਦ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਨੇ ਆਪਣੀ ਪ੍ਰਸਿੱਧ ਡਾਈਵਰਸਿਟੀ ਇਮੀਗ੍ਰੈਂਟਸ ਵੀਜ਼ਾ ਪ੍ਰੋਗਰਾਮ, ਜਿਸ ਨੂੰ ਗ੍ਰੀਨ ਕਾਰਡ ਲੋਟਰੀ ਵੀ ਕਿਹਾ ਜਾਂਦਾ ਹੈ, ਉਸ ਲਈ ਨਵੇਂ ਅਤੇ ਸਖਤ ਨਿਯਮਾਂ ਦਾ ਐਲਾਨ ਕੀਤਾ ਹੈ। ਇਹ ਨਿਯਮ 10 ਅਪ੍ਰੈਲ 2026 ਤੋਂ ਲਾਗੂ ਹੋਣਗੇ। ਸਖਤ ਪਾਸਪੋਰਟ ਨਿਯਮ ਇਸ ਵਿੱਚ ਸ਼ਾਮਲ ਨੇ। ਹੁਣ ਬਿਨੇਕਾਰਾਂ ਲਈ ਅਰਜ਼ੀ ਦੇਣ ਸਮੇਂ ਇੱਕ ਵੈਧ ਅਤੇ ਅਣਮਿਆਦ ਪੁੱਗੇ ਯਾਨੀ ਕਿ ਵੈਲਿਡ ਐਂਡ ਅਨਐਕਸਪਾਇਰਡ ਪਾਸਪੋਰਟ ਦੇ ਵੇਰਵੇ ਦੇਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਪਾਸਪੋਰਟ ਦੇ ਕੁਝ ਮੁੱਖ ਪੰਨੇ, ਜਿਸ ਤੇ ਫੋਟੋ ਅਤੇ ਦਸਤਖਤ ਹੁੰਦੇ ਹਨ, ਉਸ ਨੂੰ ਸਕੈਨ ਕਰਕੇ ਅਪਲੋਡ ਕਰਨਾ ਵੀ ਜ਼ਰੂਰੀ ਹੋਵੇਗਾ। ਭਾਰਤੀ ਨਾਗਰਿਕ ਫਿਲਹਾਲ ਇਸ ਲੋਟਰੀ ਪ੍ਰੋਗਰਾਮ ਲਈ ਯੋਗ ਨਹੀਂ ਹਨ। ਇਹ ਪਾਬੰਦੀ ਘੱਟੋ-ਘੱਟ 2028 ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਸੋ ਇਹ ਲੋਟਰੀ ਉਹਨਾਂ ਦੇਸ਼ਾਂ ਦੇ ਲੋਕਾਂ ਲਈ ਹੁੰਦੀ ਹੈ ਜਿਨ੍ਹਾਂ ਦੇ ਬਹੁਤ ਘੱਟ ਲੋਕ ਅਮਰੀਕਾ ਵਿੱਚ ਇਮੀਗ੍ਰੇਸ਼ਨ ਰਾਹੀਂ ਜਾਂਦੇ ਹਨ। ਭਾਰਤ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਲੋਕ ਯਾਨੀ ਕਿ ਹਰ ਸਾਲ 50,000 ਤੋਂ ਵੱਧ ਅਮਰੀਕਾ ਜਾ ਰਹੇ ਹਨ। ਇਸ ਲਈ ਭਾਰਤ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਭਾਰਤ ਦੇ ਨਾਲ-ਨਾਲ ਚੀਨ, ਪਾਕਿਸਤਾਨ, ਕੈਨੇਡਾ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਵੀ ਇਸ ਵਾਰ ਅਯੋਗ ਹਨ। ਸੋ ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਇਹ ਨਵੇਂ ਨਿਯਮ ਇਸ ਲਈ ਲਿਆਂਦੇ ਗਏ ਹਨ ਤਾਂ ਜੋ ਫਰਜ਼ੀ ਅਰਜ਼ੀਆਂ ਅਤੇ ਏਜੰਟਾਂ ਰਾਹੀਂ ਹੋਣ ਵਾਲੀ ਧੋਖਾਧੜੀ ਨੂੰ ਰੋਕਿਆ ਜਾ ਸਕੇ। ਇਹ ਨਵੇਂ ਨਿਯਮ DV 2017 ਲੋਟਰੀ ਤੋਂ ਲਾਗੂ ਹੋਣਗੇ। ਅਮਰੀਕਾ ਨੇ ਅਜੇ ਇਸ ਦੀਆਂ ਰਜਿਸਟ੍ਰੇਸ਼ਨ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਜੇਕਰ ਤੁਸੀਂ ਭਾਰਤੀ ਨਾਗਰਿਕ ਹੋ ਤਾਂ ਤੁਸੀਂ ਇਸ ਗ੍ਰੀਨ ਕਾਰਡ ਲੋਟਰੀ ਵਿੱਚ ਹਿੱਸਾ ਨਹੀਂ ਲੈ ਸਕਦੇ, ਕਿਉਂਕਿ ਭਾਰਤ ਤੋਂ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਪਹਿਲਾਂ ਹੀ ਨਿਰਧਾਰਤ ਸੀਮਾ ਤੋਂ ਕਿਤੇ ਜ਼ਿਆਦਾ ਹੈ। ਅਮਰੀਕਾ ਤੋਂ 3 ਪੰਜਾਬੀ ਟਰੱਕ ਡਰਾਈਵਰਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਹਿਰਾਸਤ ਵਿੱਚ ਲਿਆ। ਦੂਜੇ ਪਾਸੇ ਇਮੀਗ੍ਰੇਸ਼ਨ ਵਾਲਿਆਂ ਦੇ ਕਾਬੂ ਆ ਰਹੇ ਪੰਜਾਬੀ ਟਰੱਕ ਡਰਾਈਵਰਾਂ ਵਿੱਚ 25 ਸਾਲਾਂ ਦਾ ਸੁਖਦੇਵ ਸਿੰਘ ਵੀ ਸ਼ਾਮਲ ਹੋ ਗਿਆ ਹੈ, ਜਿਸ ਨੂੰ ਇੰਡੀਆਨਾ ਦੇ ਇੰਟਰਸਟੇਟ 65 ਤੇ ਵਾਪਰੇ ਹਾਦਸੇ ਮਗਰੋਂ ਪੁਲਿਸ ਨੇ ਗ੍ਰਿਫਤਾਰ ਕਰਦਿਆਂ ਆਈਸ ਦੇ ਸਪੁਰਦ ਕਰ ਦਿੱਤਾ। 2023 ਵਿੱਚ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਸੁਖਦੇਵ ਸਿੰਘ ਨੇ 2 ਜਨਵਰੀ 2025 ਨੂੰ ਨਿਊਯਾਰਕ ਤੋਂ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਕੀਤਾ ਅਤੇ ਟਰੰਪ ਸਰਕਾਰ ਵੱਲੋਂ ਕੀਤੀ ਜਾ ਰਹੀ ਅੰਤਾਂ ਦੀ ਸਖਤੀ ਦੇ ਬਾਵਜੂਦ ਟਰੱਕ ਚਲਾਉਣਾ ਜਾਰੀ ਰੱਖਿਆ। ਇੰਡੀਆਨਾ ਹਾਈਵੇ ਪੈਟਰੋਲ ਮੁਤਾਬਕ ਸੁਖਦੇਵ ਸਿੰਘ ਦੇ ਟਰੱਕ ਨੇ ਇੱਕ ਪੈਦਲ ਸ਼ਖਸ ਨੂੰ ਟੱਕਰ ਮਾਰੀ, ਜਿਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਉਧਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਡਿਪਟੀ ਸਹਾਇਕ ਸਕੱਤਰ ਲੋਰਨ ਵਿਸ ਨੇ ਸੁਖਦੇਵ ਸਿੰਘ ਦੀ ਗ੍ਰਿਫਤਾਰੀ ਮਗਰੋਂ ਇਹ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਹਾਈਵੇਜ਼ ਤੇ 18 ਟਾਇਰਾਂ ਵਾਲੇ ਵਜ਼ਨੀ ਟਰੱਕ ਚਲਾਉਣ ਦਾ ਕੋਈ ਹੱਕ ਨਹੀਂ, ਕਿਉਂਕਿ ਮੁਲਕ ਦੇ ਟ੍ਰੈਫਿਕ ਨਿਯਮਾਂ ਬਾਰੇ ਇਹ ਕੁਝ ਨਹੀਂ ਜਾਣਦੇ। ਸੋ ਅਤੇ ਅੰਗਰੇਜ਼ੀ ਵਾਲੇ ਸਾਈਨ ਪੜ੍ਹਨੇ ਵੀ ਇਹਨਾਂ ਦੇ ਵੱਸ ਤੋਂ ਬਾਹਰ ਹਨ। ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਜਾਰੀ ਕਰਨ ਦੀ ਨੀਤੀ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਅਮਰੀਕਾ ਦੇ ਮਾਸੂਮ ਲੋਕਾਂ ਦੀ ਜਾਨ ਬਚਾਈ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਬੀਤੇ ਫਰਵਰੀ ਦੌਰਾਨ ਸੁਖਦੀਪ ਸਿੰਘ ਨੂੰ ਇੰਡੀਆਨਾ ਸੂਬੇ ਵਿੱਚ ਹੀ ਜਾਨਲੇਵਾ ਹਾਦਸੇ ਮਗਰੋਂ ਗ੍ਰਿਫਤਾਰ ਕੀਤਾ ਗਿਆ। ਹੈਂਡਰਿਕਸ ਕਾਉਂਟੀ ਦੇ ਸ਼ੈਰਿਫ ਦਫ਼ਤਰ ਦੇ ਮੁਤਾਬਕ ਸੁਖਦੀਪ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਾਲਿਆਂ ਦੇ ਸਪੁਰਦ ਕਰ ਦਿੱਤਾ ਗਿਆ, ਜੋ 2018 ਵਿੱਚ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਅਤੇ ਪੈਰੋਲ ਤੇ ਰਿਹਾ ਕਰ ਦਿੱਤਾ ਗਿਆ। ਉਸ ਵੇਲੇ ਸੁਖਦੀਪ ਸਿੰਘ ਦੀ ਉਮਰ 18 ਸਾਲ ਤੋਂ ਘੱਟ ਸੀ, ਜਿਸ ਦੇ ਮੱਦੇਨਜ਼ਰ ਇਮੀਗ੍ਰੇਸ਼ਨ ਅਦਾਲਤ ਨੇ ਨਰਮੀ ਵਰਤੀ। ਡਰਾਈਵਿੰਗ ਲਾਇਸੈਂਸ ਤੇ ਸੁਖਦੀਪ ਸਿੰਘ ਦੀ ਡੇਟ ਆਫ ਬਰਥ 16 ਨਵੰਬਰ 2001 ਲਿਖੀ ਹੋਈ ਹੈ ਅਤੇ ਇਸ ਹਿਸਾਬ ਨਾਲ ਉਸ ਦੀ ਉਮਰ 25 ਸਾਲ ਵੀ ਨਹੀਂ ਬਣਦੀ। ਦੂਜੇ ਪਾਸੇ ਆਈਸ ਪੋਲੋ ਰਿਚਰਡਸਨ ਤੋਂ ਕਾਬੂ ਕੀਤੇ 6 ਬੱਚਿਆਂ ਦੇ ਪਿਓ ਮੁਹੰਮਦ ਨਜ਼ੀਰ ਦੀ ਡਿਟੈਂਸ਼ਨ ਸੈਂਟਰ ਵਿੱਚ ਮੌਤ ਹੋ ਗਈ। 41 ਸਾਲ ਦੇ ਮੁਹੰਮਦ ਨਜ਼ੀਰ ਦੇ ਪਰਿਵਾਰ ਨੇ ਦੱਸਿਆ ਕਿ ਨਕਾਬਪੋਸ਼ ਆਈਸ ਏਜੰਟਾਂ ਉਹਨਾਂ ਦੇ ਘਰ ਪੁੱਜੇ ਅਤੇ ਉਸ ਨੂੰ ਫੜ ਕੇ ਲੈ ਗਏ
ਅਫਗਾਨਿਸਤਾਨ ਵਿੱਚ ਅਮਰੀਕਾ ਦੀ ਫੌਜ ਵਾਸਤੇ ਕੰਮ ਕਰ ਚੁੱਕੇ ਮੁਹੰਮਦ ਨਜ਼ੀਰ ਦੇ ਬੱਚਿਆਂ ਉੱਤੇ ਇਮੀਗ੍ਰੇਸ਼ਨ ਵਾਲਿਆਂ ਨੇ ਬਿਲਕੁਲ ਤਰਸ ਨਾ ਕੀਤਾ। ਡੈਲਸ ਦੇ ਆਈਸ ਫੀਲਡ ਦਫ਼ਤਰ ਵਿੱਚ ਮੁਹੰਮਦ ਨਜ਼ੀਰ ਦੀ ਤਬੀਅਤ ਅਚਨਚੇਤ ਵਿਗੜ ਗਈ ਅਤੇ ਉਸ ਨੂੰ ਪਾਰਕਲੈਂਡ ਹਸਪਤਾਲ ਲਿਜਾਇਆ ਗਿਆ, ਪਰ ਕੁਝ ਦੇਰ ਬਾਅਦ ਦਮ ਤੋੜ ਦਿੱਤਾ। ਪਰਿਵਾਰ ਡੂੰਘੇ ਸਦਮੇ ਵਿੱਚ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਈਸ ਦੀ ਹਿਰਾਸਤ ਦੌਰਾਨ ਮੁਹੰਮਦ ਨਜ਼ੀਰ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਹਸਪਤਾਲ ਵਿੱਚ ਡਾਕਟਰਾਂ ਨੇ ਦੇਖਿਆ ਕਿ ਉਸ ਜੀਭ ਸੁੱਜੀ ਹੋਈ ਹੈ। ਉਸਦੀ ਮੁਹੰਮਦ ਨਜ਼ੀਰ ਦਾ ਸਭ ਤੋਂ ਛੋਟਾ ਬੇਟਾ 18 ਮਹੀਨੇ ਦਾ ਹੈ ਅਤੇ ਨਜ਼ੀਰ ਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਉਸਦਾ ਪਤੀ ਪੂਰੀ ਤਰ੍ਹਾਂ ਸਿਹਤਮੰਦ ਸੀ। ਆਈਸ ਦੀਆਂ ਗੋਲੀਆਂ ਨਾਲ ਅਮਰੀਕਨ ਨਾਗਰਿਕਾਂ ਦੀ ਮੌਤ ਮਗਰੋਂ ਹਿਰਾਸਤ ਵਿੱਚ ਮੌਤ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਅਤੇ ਮੁਹੰਮਦ ਨਜ਼ੀਰ ਦੀ ਪਤਨੀ ਇਨਸਾਫ ਮੰਗ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਕਾਰੀ ਪ੍ਰੋਗਰਾਮਾਂ ਵਿੱਚ ਧੋਖਾਧੜੀ ਦਾ ਮੁਕਾਬਲਾ ਕਰਨ ਲਈ ਇੱਕ ਨਵੀਂ ਸੰਘੀ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਟਾਸਕ ਫੋਰਸ ਦੀ ਅਗਵਾਈ ਉਪ ਰਾਸ਼ਟਰਪਤੀ JD ਵੈਂਸ ਕਰਨਗੇ। ਟਰੰਪ ਨੇ ਇਸ ਨੂੰ ਸਰਕਾਰੀ ਪਹੁੰਚ ਦਾ ਸੰਪੂਰਨ ਰੂਪ ਕਿਹਾ ਹੈ। ਟਰੰਪ ਨੇ ਓਵਲ ਆਫਿਸ ਵਿੱਚ ਇਹ ਕਿਹਾ ਕਿ ਇਹ ਇੱਕ ਵੱਡਾ ਕਦਮ ਹੈ। ਇਹ ਸਾਡੇ ਦੇਸ਼ ਵਿੱਚ ਧੋਖਾਧੜੀ ਨੂੰ ਰੋਕਣ ਬਾਰੇ ਹੈ। ਵਾਈਟ ਹਾਊਸ ਦੇ ਸਟਾਫ ਸਕੱਤਰ ਵਿਲ ਸ਼ਾਰਪ ਨੇ ਕਿਹਾ ਕਿ ਟਾਸਕ ਫੋਰਸ ਦਾ ਟੀਚਾ ਧੋਖਾਧੜੀ ਨੂੰ ਜੜੋਂ ਪੁੱਟਣਾ ਅਤੇ ਅਮਰੀਕੀ ਟੈਕਸ ਦਾਤਾਵਾਂ ਨੂੰ ਅਰਬਾਂ ਡਾਲਰ ਵਾਪਸ ਕਰਨਾ ਹੈ। JD ਵੈਂਸ ਟਾਸਕ ਫੋਰਸ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਫੈਡਰਲ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਐਂਡਰਿਓ ਉਪ ਚੇਅਰਪਰਸਨ ਵਜੋਂ ਸੇਵਾ ਨਿਭਾਉਣਗੇ। ਸ਼ਾਰਪ ਨੇ ਕਿਹਾ ਕਿ ਇਹ ਪਹਿਲ ਦੇਸ਼ ਭਰ ਵਿੱਚ ਸਰਕਾਰੀ ਫੰਡ ਪ੍ਰਾਪਤ ਪ੍ਰੋਗਰਾਮਾਂ ਵਿੱਚ ਗੰਭੀਰ ਧੋਖਾਧੜੀ ਵਿਰੁੱਧ ਤਾਲਮੇਲ ਵਾਲੀ ਕਾਰਵਾਈ ਪ੍ਰਦਾਨ ਕਰੇਗੀ। ਕੁਝ ਰਾਜਾਂ ਦੀ ਉਦਾਹਰਨ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਹੋ ਰਹੀ ਅੱਧੀ ਧੋਖਾਧੜੀ ਵੀ ਫੜੀ ਜਾਵੇ ਤਾਂ ਬਜਟ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ। ਉਹਨਾਂ ਨੇ ਵੀ ਕਿਹਾ ਚੋਰੀ ਵੱਡੇ ਪੱਧਰ ਤੇ ਹੋ ਰਹੀ ਹੈ। ਵੈਂਸ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਏਜੰਸੀਆਂ ਵਿਚਕਾਰ ਤਾਲਮੇਲ ਦੀ ਘਾਟ ਇੱਕ ਵੱਡੀ ਸਮੱਸਿਆ ਰਹੀ ਹੈ। ਉਹਨਾਂ ਨੇ ਕਿਹਾ ਸਰਕਾਰੀ ਏਜੰਸੀਆਂ ਇੱਕ ਦੂਜੇ ਨਾਲ ਸਹੀ ਢੰਗ ਨਾਲ ਜਾਣਕਾਰੀ ਸਾਂਝੀ ਨਹੀਂ ਕਰ ਰਹੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਪੂਰਾ ਸਰਕਾਰੀ ਸਿਸਟਮ ਇਹ ਯਕੀਨੀ ਬਣਾਉਣ ਦੇ ਲਈ ਮਿਲ ਕੇ ਕੰਮ ਕਰੇਗਾ ਕਿ ਲਾਭ ਸਿਰਫ ਅਸਲੀ ਅਮਰੀਕੀ ਨਾਗਰਿਕਾਂ ਤੱਕ ਪਹੁੰਚਣ, ਨਾ ਕਿ ਧੋਖੇਬਾਜ਼ਾਂ ਤੱਕ। ਉਦਾਹਰਨ ਦਿੰਦਿਆਂ ਉਹਨਾਂ ਨੇ ਵੈਂਸ ਨੇ ਮੈਡੀਕੇਡ ਫੰਡਾਂ ਦੀ ਦੁਰਵਰਤੋਂ ਦਾ ਹਵਾਲਾ ਦਿੱਤਾ ਉਦਾਹਰਨ ਵਿੱਚ, ਅਤੇ ਇਹ ਕਿਹਾ ਕਿ ਅਜਿਹੀਆਂ ਘਟਨਾਵਾਂ ਅਮਰੀਕਾ ਵਿੱਚ ਵਾਰ-ਵਾਰ ਵਾਪਰ ਰਹੀਆਂ ਹਨ ਅਤੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਸਤੰਬਰ ਦੀ ਇੱਕ ਰਾਤ ਨੂੰ ਮੱਧ ਲੰਡਨ ਵਿੱਚ ਇੱਕ ਸੇਵਾ ਮੁਕਤ ਜਨਰਲ ਅਤੇ ਉਸ ਦੀ ਪਤਨੀ ਸ਼ਾਮ ਨੂੰ ਬਾਹਰ ਜਾਣ ਤੋਂ ਬਾਅਦ ਆਪਣੇ ਹੋਟਲ ਵਾਪਸ ਆ ਰਹੇ ਸਨ। ਮਾਰਬਲ ਆਰਚ ਦੇ ਆਲੇ-ਦੁਆਲੇ ਦੀਆਂ ਗਲੀਆਂ ਸੈਲਾਨੀਆਂ ਅਤੇ ਸ਼ਹਿਰ ਦੇ ਟ੍ਰੈਫਿਕ ਨਾਲ ਭਰੀਆਂ ਹੋਈਆਂ ਸਨ, ਪਰ ਕੁਝ ਕਦਮਾਂ ਦੂਰ 4 ਲੋਕ ਧੀਰਜ ਨਾਲ ਉਡੀਕ ਕਰ ਰਹੇ ਸਨ ਅਤੇ ਦੇਖ ਰਹੇ ਸਨ ਕਿ ਟਰੈਕ ਕਰ ਰਹੇ ਸਨ ਅਤੇ ਹਮਲੇ ਦੇ ਪਲ ਦਾ ਇੰਤਜ਼ਾਰ ਕਰ ਰਹੇ ਸਨ। ਸਕਿੰਟਾਂ ਦੇ ਅੰਦਰ ਹੀ ਇਹ ਸ਼ਾਂਤ ਸੈਰ ਇੱਕ ਹਿੰਸਕ ਹਮਲੇ ਵਿੱਚ ਬਦਲ ਗਈ, ਜਿਸ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ, ਜਿਸ ਦੇ ਦਹਾਕਿਆਂ ਪਹਿਲਾਂ ਦੇ ਫੌਜੀ ਫੈਸਲਿਆਂ ਨੇ ਉਸ ਨੂੰ ਆਧੁਨਿਕ ਭਾਰਤੀ ਇਤਿਹਾਸ ਵਿੱਚ ਸਭ ਤੋਂ ਵਿਵਾਦਪੂਰਨ ਹਸਤੀਆਂ ਵਿੱਚੋਂ ਇੱਕ ਬਣਾ ਦਿੱਤਾ ਸੀ। ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਇੱਕ ਸੀਨੀਅਰ ਭਾਰਤੀ ਫੌਜ ਅਧਿਕਾਰੀ ਜਿਨ੍ਹਾਂ ਨੇ 40 ਸਾਲ ਫੌਜੀ ਸੇਵਾ ਵਿੱਚ ਬਿਤਾਏ ਸਨ, ਸਤੰਬਰ 2012 ਵਿੱਚ ਆਪਣੀ ਪਤਨੀ ਨਾਲ ਲੰਡਨ ਜਾ ਰਹੇ ਸਨ ਜਦੋਂ ਹਮਲਾ ਹੋਇਆ। ਬਰਾੜ 1984 ਵਿੱਚ ਆਪਰੇਸ਼ਨ ਬਲੂ ਸਟਾਰ ਵਿੱਚ ਸ਼ਾਮਲ ਮੁੱਖ ਕਮਾਂਡਰਾਂ ਵਿੱਚੋਂ ਇੱਕ ਬਣਨ ਤੋਂ ਪਹਿਲਾਂ ਭਾਰਤੀ ਫੌਜ ਦੇ ਅਹੁਦਿਆਂ ਤੋਂ ਉੱਪਰ ਉੱਠਿਆ ਸੀ। ਉਸ ਫੌਜੀ ਕਾਰਵਾਈ ਵਿੱਚ ਭਾਰਤੀ ਫੌਜਾਂ ਨੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਕੰਪਲੈਕਸ ਵਿੱਚ ਦਾਖਲ ਹੋ ਕੇ, ਜੋ ਕਿ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਸਥਾਨ ਹੈ, ਉਸ ਦੇ ਭਾਰੀ ਹਥਿਆਰਬੰਦ ਅੱਤਵਾਦੀਆਂ ਨੂੰ ਹਟਾਉਣ ਦੇ ਲਈ ਜੋ ਇਸ ਸਥਾਨ ਤੇ ਕਬਜ਼ਾ ਕਰ ਚੁੱਕੇ ਸਨ, ਉਸੇ ਆਕਰਮਣ ਕੀਤਾ। ਘੇਰਾਬੰਦੀ ਸੈਂਕੜੇ ਮੌਤਾਂ ਅਤੇ ਡੂੰਘੀ ਰਾਜਨੀਤਿਕ ਅਤੇ ਧਾਰਮਿਕ ਵੰਡ ਨਾਲ ਖਤਮ ਹੋਈ, ਜੋ ਅੱਜ ਵੀ ਗੂੰਜਦੀ ਰਹਿੰਦੀ ਹੈ। ਇਸ ਕਾਰਵਾਈ ਵਿੱਚ ਆਪਣੀ ਭੂਮਿਕਾ ਦੇ ਕਾਰਨ ਬਰਾੜ ਸਿੱਖ ਕੱਟੜਪੰਥੀ ਸਮੂਹਾਂ ਦਾ ਨਿਸ਼ਾਨਾ ਬਣ ਗਿਆ, ਜਿਨ੍ਹਾਂ ਨੇ ਉਸ ਨੂੰ ਪਵਿੱਤਰ ਸਥਾਨ ਤੇ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ। ਸਾਲਾਂ ਦੌਰਾਨ ਉਸ ਨੂੰ ਵਾਰ-ਵਾਰ ਧਮਕੀਆਂ ਮਿਲੀਆਂ ਅਤੇ ਭਾਰਤ ਵਿੱਚ ਕਈ ਕਤਲਾਂ ਦੇ ਯਤਨਾਂ ਵਿੱਚੋਂ ਬਚ ਗਿਆ। ਦਹਾਕਿਆਂ ਤੱਕ ਉਹ ਆਪਣੇ ਦੇਸ਼ ਵਿੱਚ ਸਖਤ ਸੁਰੱਖਿਆ ਹੇਠ ਰਿਹਾ, ਪਰ ਬ੍ਰਿਟੇਨ ਦੇ ਆਪਣੇ ਨਿਯਮਤ ਦੌਰਿਆਂ ਦੌਰਾਨ ਉਹ ਬਿਨਾਂ ਸੁਰੱਖਿਆ ਦੇ ਯਾਤਰਾ ਕਰਦਾ ਸੀ। 30 ਸਤੰਬਰ 2012 ਨੂੰ ਉਸ ਕਮਜ਼ੋਰੀ ਦਾ ਫਾਇਦਾ ਉਠਾਇਆ ਗਿਆ। ਹਮਲੇ ਦੀ ਯੋਜਨਾ ਬਣਾਉਣ ਲਈ 4 ਵਿਅਕਤੀ ਕੁਝ ਦਿਨ ਪਹਿਲਾਂ ਲੰਡਨ ਗਏ ਸਨ। ਉਹਨਾਂ ਨੇ ਉਸ ਇਲਾਕੇ ਦੀ ਨਿਗਰਾਨੀ ਕੀਤੀ ਜਿੱਥੇ ਜਨਰਲ ਠਹਿਰਿਆ ਹੋਇਆ ਸੀ। ਬਰਾੜ ਅਤੇ ਉਸ ਦੀ ਪਤਨੀ ਦੀਆਂ ਹਰਕਤਾਂ ਤੇ ਨਜ਼ਰ ਰੱਖੀ ਗਈ। ਇਸ ਗਰੁੱਪ ਵਿੱਚ ਮਨਦੀਪ ਸਿੰਘ ਸੰਧੂ, ਦਿਲਬਾਗ ਸਿੰਘ, ਹਰਜੀਤ ਕੌਰ ਅਤੇ ਬਰਜਿੰਦਰ ਸਿੰਘ ਸੰਘਾ ਸ਼ਾਮਲ ਸਨ। ਉਹਨਾਂ ਦੀ ਯੋਜਨਾ ਦਿਨ ਭਰ ਜੋੜੇ ਦੀ ਧਿਆਨ ਨਾਲ ਨਿਗਰਾਨੀ ਕਰਨ ਤੇ ਨਿਰਭਰ ਕਰਦੀ ਸੀ। ਹਰਜੀਤ ਕੌਰ ਜਨਰਲ ਅਤੇ ਉਸ ਦੀ ਪਤਨੀ ਦਾ ਲੰਡਨ ਵਿੱਚ ਘੁੰਮਦੇ ਹੋਏ ਪਿੱਛਾ ਕਰਦੀ ਰਹੀ, ਦੂਜਿਆਂ ਨੂੰ ਉਹਨਾਂ ਦੇ ਟਿਕਾਣੇ ਬਾਰੇ ਅਪਡੇਟ ਭੇਜਦੀ ਰਹੀ।
ਇਸ ਨਾਲ ਸਮੂਹ ਨੂੰ ਹਮਲੇ ਲਈ ਆਪਣੇ ਆਪ ਨੂੰ ਤਿਆਰ ਕਰਨ ਦਾ ਮੌਕਾ ਮਿਲਿਆ। ਰਾਤ ਲਗਭਗ 10:30 ਵਜੇ ਇਹ ਜੋੜਾ ਮਾਰਬਲ ਆਰਚ ਦੇ ਨੇੜੇ ਪੁਰਾਣੀ ਕਿਊਬਿਕ ਸਟਰੀਟ ਤੇ ਸੈਰ ਕਰ ਰਿਹਾ ਸੀ ਜਦੋਂ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਜਿਵੇਂ ਉਹ ਸਮੂਹ ਵਿੱਚੋਂ ਲੰਘ ਰਹੇ ਸਨ, ਸੰਗਾ ਨੇ ਮੀਨਾ ਬਰਾੜ ਨੂੰ ਫੜ ਲਿਆ ਅਤੇ ਉਸ ਨੂੰ ਕੰਧ ਨਾਲ ਠੋਕਰ ਮਾਰ ਦਿੱਤੀ। ਉਸ ਦਾ ਗਲਾ ਫੜ ਲਿਆ ਤਾਂ ਜੋ ਉਹ ਦਖਲ ਨਾ ਦੇ ਸਕੇ। ਉਸੇ ਪਲ ਬਾਕੀਆਂ ਨੇ ਜਨਰਲ ਤੇ ਹਮਲਾ ਕਰ ਦਿੱਤਾ। ਚਾਕੂ ਨਾਲ ਲੈਸ ਹਮਲਾਵਰਾਂ ਨੇ ਬਰਾੜ ਦੀ ਗਰਦਨ ਅਤੇ ਜਬਾੜੇ ਤੇ ਵਾਰ ਕੀਤੇ। ਸੱਟਾਂ ਬਹੁਤ ਗੰਭੀਰ ਸਨ ਅਤੇ ਸੰਭਾਵੀ ਤੌਰ ਤੇ ਘਾਤਕ ਸਨ। ਉਸ ਦੀ ਗਰਦਨ ਅਤੇ ਜਬਾੜੇ ਵਿੱਚ ਲਗਭਗ 12 ਇੰਚ ਦਾ ਇੱਕ ਡੂੰਘਾ ਜ਼ਖਮ ਫੈਲਿਆ ਜੋ ਮਾਸਪੇਸ਼ੀਆਂ ਦੇ ਟਿਸ਼ੂ ਨੂੰ ਕੱਟਦਾ ਹੋਇਆ ਸੀ। ਇੱਕ ਹੋਰ ਜ਼ਖਮ ਲਗਭਗ 3 ਇੰਚ ਲੰਬਾ ਸੀ ਜੋ ਉਸ ਦੇ ਜਬਾੜੇ ਵਿੱਚ ਲੱਗਿਆ। ਹਮਲੇ ਤੋਂ ਤੁਰੰਤ ਬਾਅਦ ਹਮਲਾਵਰ ਭੱਜ ਗਏ ਅਤੇ ਵੈਸਟ ਐਂਡ ਦੀਆਂ ਵਿਅਸਤ ਗਲੀਆਂ ਦੇ ਵਿੱਚ ਗਾਇਬ ਹੋ ਗਏ। ਹਮਲੇ ਦੀ ਬੇਰਹਿਮੀ ਦੇ ਬਾਵਜੂਦ ਬਰਾੜ ਬਚ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਗੰਭੀਰ ਸੱਟਾਂ ਦਾ ਇਲਾਜ ਕੀਤਾ। ਮੈਟਰੋਪੋਲੀਟਨ ਪੁਲਿਸ ਕਾਊਂਟਰ ਟੂਰਿਜ਼ਮ ਕਮਾਂਡ, ਜਿਸ ਨੂੰ SO15 ਵਜੋਂ ਜਾਣਿਆ ਜਾਂਦਾ ਹੈ, ਉਹਨਾਂ ਨੇ ਇੱਕ ਵੱਡੀ ਜਾਂਚ ਸ਼ੁਰੂ ਕੀਤੀ। ਜਾਸੂਸਾਂ ਨੇ ਜਲਦੀ ਹੀ ਇਹ ਪਤਾ ਲਗਾ ਲਿਆ ਕਿ ਹਮਲਾ ਧਿਆਨ ਨਾਲ ਸੰਗਠਿਤ ਅਤੇ ਰਾਜਨੀਤਿਕ ਤੌਰ ਤੇ ਪ੍ਰੇਰਿਤ ਸੀ। ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਤੋਂ ਪਤਾ ਲੱਗਾ ਕਿ ਸ਼ੱਕੀ ਹਮਲੇ ਤੋਂ ਪਹਿਲਾਂ ਦੇ ਦਿਨਾਂ ਵਿੱਚ ਜਾਣਬੁੱਝ ਕੇ ਲੰਡਨ ਗਏ ਤਾਂ ਜੋ ਜਨਰਲ ਦੀਆਂ ਹਰਕਤਾਂ ਤੇ ਨਜ਼ਰ ਰੱਖੀ ਜਾ ਸਕੇ। ਇਸ ਮਾਮਲੇ ਦੀ ਸੁਣਵਾਈ ਅੰਤ ਵਿੱਚ ਸਾਊਥ ਵਾਕ ਕਰਾਊਨ ਕੋਰਟ ਵਿੱਚ ਹੋਈ। ਇੱਕ ਮੁਕੱਦਮੇ ਤੋਂ ਬਾਅਦ ਇੱਕ ਜਿਊਰੀ ਨੇ 3 ਮੁਲਜ਼ਮਾਂ ਨੂੰ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ੀ ਪਾਇਆ। ਫੈਸਲੇ ਤੇ ਸਿਰਫ 1 ਘੰਟੇ ਦੀ ਵਿਚਾਰ ਵਟਾਂਦਰਾ ਹੋਇਆ ਜੋ ਪੇਸ਼ ਕੀਤੇ ਗਏ ਸਬੂਤਾਂ ਦੀ ਤਾਕਤ ਦਰਸਾਉਂਦਾ ਹੈ। ਬਰਜਿੰਦਰ ਸਿੰਘ ਸੰਘਾ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣਾ ਦੋਸ਼ ਕਬੂਲ ਕਰ ਚੁੱਕਿਆ ਸੀ। ਅਦਾਲਤ ਨੇ ਹਮਲਾਵਰਾਂ ਨੂੰ ਲੰਬੀ ਕੈਦ ਦੀ ਸਜ਼ਾ ਸੁਣਾਈ। 34 ਸਾਲਾਂ ਦੇ ਮਨਦੀਪ ਸਿੰਘ ਸੰਧੂ ਅਤੇ 37 ਸਾਲਾਂ ਦੇ ਦਿਲਬਾਗ ਸਿੰਘ ਦੋਵਾਂ ਨੂੰ 14 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ। 39 ਸਾਲ ਦੀ ਹਰਜੀਤ ਕੌਰ, ਜਿਸ ਨੇ ਜੋੜੇ ਦਾ ਪਿੱਛਾ ਕੀਤਾ ਸੀ ਅਤੇ ਨਿਗਰਾਨੀ ਪ੍ਰਦਾਨ ਕੀਤੀ, ਜਿਸ ਨੂੰ ਹਮਲਾ ਸੰਭਵ ਹੋਇਆ, ਜਾਨੀ ਕਿ ਜਿਸ ਕਰਕੇ ਹਮਲਾ ਸੰਭਵ ਹੋਇਆ ਸੀ, ਉਸ ਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। 33 ਸਾਲਾਂ ਦੇ ਬਰਜਿੰਦਰ ਸਿੰਘ ਸੰਘਾ ਨੂੰ ਹਮਲੇ ਵਿੱਚ ਆਪਣੀ ਭੂਮਿਕਾ ਕਬੂਲ ਕਰਨ ਤੋਂ ਬਾਅਦ 10 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਈ ਜਾਣ ਤੋਂ ਬਾਅਦ ਜਨਰਲ ਬਰਾੜ ਨੇ ਮੁੰਬਈ ਸਥਿਤ ਆਪਣੇ ਸੁਰੱਖਿਅਤ ਨਿਵਾਸ ਤੋਂ ਗੱਲ ਕੀਤੀ ਜਿੱਥੇ ਉਹ ਭਾਰੀ ਸੁਰੱਖਿਆ ਹੇਠ ਰਹਿ ਰਹੇ ਸਨ। ਉਹਨਾਂ ਨੇ ਕਿਹਾ, ਸਜ਼ਾਵਾਂ ਦਰਸਾਉਂਦੀਆਂ ਹਨ ਕਿ ਬ੍ਰਿਟੇਨ ਆਪਣੀ ਧਰਤੀ ਤੇ ਅੱਤਵਾਦ ਦੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਜਾਂਚਕਰਤਾਵਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਹਮਲਾ UK ਵਿੱਚ ਸਿੱਖ ਕੱਟੜਪੰਥੀ ਦੇ ਵਿਆਪਕ ਪੂਰਨ ਉਭਾਰ ਦਾ ਸਬੂਤ ਨਹੀਂ ਸੀ, ਸਗੋਂ 1984 ਦੀਆਂ ਘਟਨਾਵਾਂ ਪ੍ਰਤੀ ਲੰਬੇ ਸਮੇਂ ਤੋਂ ਚੱਲ ਰਹੀ ਨਾਰਾਜ਼ਗੀ ਨਾਲ ਜੁੜਿਆ ਇੱਕ ਨਿਸ਼ਾਨਾ ਬਣਾਇਆ ਗਿਆ ਯਤਨ ਸੀ। ਨਿਆਂ ਵਿਭਾਗ ਰਾਜਾਂ ਤੇ ਵੋਟਰ ਰਜਿਸਟ੍ਰੇਸ਼ਨ ਸੂਚੀਆਂ ਦਾ ਖੁਲਾਸਾ ਕਰਨ ਅਤੇ ਅਪਡੇਟ ਕਰਨ ਲਈ ਦਬਾਅ ਪਾ ਰਿਹਾ ਹੈ। ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਹਰਮੀਤ ਢਿੱਲੋਂ ਨੇ ਇਹ ਕਿਹਾ ਕਿ ਦੇਸ਼ ਭਰ ਵਿੱਚ ਸਹੀ ਵੋਟਰ ਸੂਚੀਆਂ ਬਣਾਈ ਰੱਖਣ ਨਾਲ ਚੋਣਾਂ ਵਿੱਚ ਜਨਤਾ ਦਾ ਵਿਸ਼ਵਾਸ ਬਹਾਲ ਕਰਨ ਵਿੱਚ ਮਦਦ ਮਿਲੇਗੀ। ਇਹ ਦਲੀਲ ਦਿੰਦੇ ਹੋਏ ਕਿ ਵੋਟਰਾਂ ਦੀ ਭਾਗੀਦਾਰੀ ਵੱਧਦੀ ਹੈ ਜਦੋਂ ਲੋਕ ਮਹਿਸੂਸ ਕਰਦੇ ਹਨ ਕਿ ਸਿਸਟਮ ਸੁਰੱਖਿਅਤ ਹੈ। ਢਿੱਲੋਂ ਨੇ ਐਲੈਕਸ ਸਵੋਇਰ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਾਫ਼ ਵੋਟਰ ਸੂਚੀਆਂ ਵੋਟਰਾਂ ਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਵੋਟ ਪੱਤਰਾਂ ਦੀ ਸਹੀ ਅਤੇ ਸਿਰਫ ਇੱਕ ਵਾਰ ਗਿਣਤੀ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਸਾਫ਼ ਵੋਟਰ ਸੂਚੀਆਂ VOTING ਨੂੰ ਵਧਾਉਂਦੀਆਂ ਹਨ। ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੀਆਂ ਹਨ ਕਿ ਉਹਨਾਂ ਦੀ ਵੋਟ ਸਿਰਫ ਇੱਕ ਵਾਰ ਗਿਣੀ ਜਾਂਦੀ ਹੈ ਅਤੇ ਸਿਰਫ ਦੂਜੇ ਅਮਰੀਕੀ ਨਾਗਰਿਕਾਂ ਦੇ ਨਾਲ। ਢਿੱਲੋਂ ਨੇ ਇਹ ਕਿਹਾ। 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਚੋਣ ਵਕੀਲ ਵਜੋਂ ਕੰਮ ਕਰਨ ਵਾਲੇ ਢਿੱਲੋਂ ਨੇ ਕਿਹਾ ਕਿ 2020 ਦੀਆਂ ਚੋਣਾਂ ਵਿੱਚ ਰਾਜ ਚੋਣ ਕਾਨੂੰਨਾਂ ਦੀ ਵਿਆਪਕ ਉਲੰਘਣਾ ਤੋਂ ਬਾਅਦ ਬਹੁਤ ਸਾਰੇ ਅਮਰੀਕੀਆਂ ਨੇ ਸਾਡੀਆਂ ਚੋਣਾਂ ਦੀ ਪਵਿੱਤਰਤਾ ਵਿੱਚ ਵਿਸ਼ਵਾਸ ਗੁਆ ਦਿੱਤਾ ਹੈ। ਪੈਨਸਿਲਵੇਨੀਆ ਸਮੇਤ ਕਈ ਅਧਿਕਾਰ ਖੇਤਰਾਂ ਵਿੱਚ ਮੁਕੱਦਮੇਬਾਜ਼ੀ ਅਤੇ ਤੱਥ ਜਾਂਚ ਦੇ ਮਾਮਲਿਆਂ ਤੋਂ ਬਾਅਦ ਉਸਨੇ ਦਾਅਵਾ ਕੀਤਾ ਹੈ ਕਿ ਉਸ ਚੋਣ ਚੱਕਰ ਦੌਰਾਨ ਕਈ ਮੁੱਖ ਰਾਜਾਂ ਵਿੱਚ ਉਲੰਘਣਾਵਾਂ ਹੋਈਆਂ। ਉਸਨੇ ਵੀ ਕਿਹਾ ਕਿ ਸਾਰੇ ਮਹੱਤਵਪੂਰਨ ਰਾਜਾਂ ਵਿੱਚ ਉਲੰਘਣਾਵਾਂ ਹੋਈਆਂ, ਵੱਡੀਆਂ ਉਲੰਘਣਾਵਾਂ, ਕੁਝ ਉਲੰਘਣਾਵਾਂ ਜਿਨ੍ਹਾਂ ਵਿੱਚ ਕੁਝ ਤਾਂ ਇਹ ਵੀ ਕਹਿਣਗੀਆਂ ਉਹਨਾਂ ਨੇ ਚੋਣ ਨਤੀਜੇ ਬਦਲ ਦਿੱਤੇ। ਅਮਰੀਕਾ ਤੇ ਕੈਨੇਡਾ ਦੇ ਵਿੱਚ ਬਰਫੀਲੇ ਤੂਫਾਨ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ ਅਤੇ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਵੀ 4500 ਤੋਂ ਵੱਧ ਫਲਾਈਟਸ ਰੱਦ ਹੋ ਗਈਆਂ ਜਦਕਿ ਸੜਕ ਆਵਾਜਾਈ ਠੱਪ ਹੋ ਗਈ। ਅਮਰੀਕਾ ਦੇ ਉੱਤਰ ਪੂਰਬੀ ਅਤੇ ਕੈਨੇਡਾ ਦੇ ਦੱਖਣ ਪੂਰਬੀ ਹਿੱਸੇ ਸਭ ਤੋਂ ਵੱਧ ਪ੍ਰਭਾਵਿਤ ਦੱਸੇ ਜਾ ਰਹੇ ਹਨ ਅਤੇ ਸੜਕੀ ਆਵਾਜਾਈ ਵਿੱਚ ਅੜਿੱਕਿਆਂ ਕਰਕੇ ਟਰੱਕ ਸਟਾਪਸ ਤੇ ਬਿਗ ਰਿਗਸ ਦੀ ਗਿਣਤੀ ਵਧਦੀ ਜਾ ਰਹੀ ਹੈ। ABC ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਪਿਛਲੇ ਹਫ਼ਤੇ ਬਣੇ ਘੱਟ ਦਬਾਅ ਵਾਲੇ ਖੇਤਰ ਨੇ ਮੌਸਮ ਦਾ ਮਿਜਾਜ਼ ਬੇहद ਖਰਾਬ ਕਰ ਦਿੱਤਾ। ਬਰਫੀਲੀਆਂ ਹਵਾਵਾਂ ਤੋਂ ਇਲਾਵਾ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਵਾਵਰੋਲਿਆਂ ਕਾਰਨ ਵੱਡਾ ਨੁਕਸਾਨ ਹੋਣ ਦੀ ਰਿਪੋਰਟ ਹੈ। ਵਿਸਕੌਨਸਿਨ ਸੂਬੇ ਵਿੱਚ 2 ਫੁੱਟ ਤੋਂ ਵੱਧ ਬਰਫ਼ ਡਿੱਗਣ ਦੀ ਰਿਪੋਰਟ ਹੈ ਜਦਕਿ ਆਇਓਵਾ, ਮਿਨੇਸੋਟਾ ਅਤੇ ਇਲੀਨੋਇਸ ਵਿਖੇ 9 ਇੰਚ ਤੱਕ ਬਰਫ਼ਬਾਰੀ ਹੋਈ। ਟੈਕਸਸ ਅਤੇ ਓਹੀਓ ਸਣੇ 8 ਰਾਜਾਂ ਵਿੱਚ 70 ਮੀਲ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਵਾਲੀਆਂ ਹਵਾਵਾਂ ਵਗੀਆਂ ਅਤੇ ਸੋਮਵਾਰ ਸਵੇਰ ਤੱਕ 5 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਰਹੀ।
ਨਾਰਥ ਡੈਕੋਟਾ ਅਤੇ ਮਿਨੇਸੋਟਾ ਵਿਖੇ ਤਾਪਮਾਨ -20 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਰਿਪੋਰਟ ਹੈ, ਜਦਕਿ ਐਲਬਾਮਾ ਅਤੇ ਜਾਰਜੀਆ ਵਰਗੇ ਦੱਖਣੀ ਰਾਜਾਂ ਵਿੱਚ ਵੀ ਤਾਪਮਾਨ 0 ਡਿਗਰੀ ਦੇ ਨੇੜੇ-ਤੇੜੇ ਰਹਿਣ ਦੀ ਪੇਸ਼ਨਗੋਈ ਕੀਤੀ ਗਈ ਹੈ। ਅਮਰੀਕਾ ਦੇ ਨੇਬਰਾਸਕਾ ਸੂਬੇ ਵਿੱਚ ਕੁਦਰਤ ਦਾ ਵੱਖਰਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਬਰਫ਼ ਜਾਂ ਮੀਂਹ ਦੇ ਉਲਟ ਜੰਗਲਾਂ ਦੀ ਅੱਗ ਨੇ 7 ਲੱਖ ਏਕੜ ਰਕਬਾ ਸਾੜ ਕੇ ਸੁਆਹ ਕਰ ਦਿੱਤਾ। ਅਮਰੀਕਾ ਦੇ ਹਵਾਈ ਟਾਪੂਆਂ ਤੇ ਹੜ੍ਹਾਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਦਰਿਆ ਦਾ ਪਾਣੀ ਕਈ ਘਰ ਰੋੜ ਕੇ ਲੈ ਗਿਆ। ਇਨ੍ਹਾਂ ਟਾਪੂਆਂ ਤੇ 40 ਇੰਚ ਤੋਂ ਵੱਧ ਮੀਂਹ ਪਿਆ ਅਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਉਧਰ ਕੈਨੇਡਾ ਵਿੱਚ ਹਫ਼ਤੇ ਦੀ ਸ਼ੁਰੂਆਤ ਬਰਫ਼ਬਾਰੀ ਨਾਲ ਹੋਈ ਅਤੇ ਅਮਰੀਕਾ ਦੇ ਨਾਲ ਲੱਗਦੇ ਓਨਟਾਰੀਓ, ਕਿਊਬੈਕ ਅਤੇ ਨਿਊਫਾਊਂਡਲੈਂਡ ਰਾਜਾਂ ਵਿੱਚ ਮੰਗਲਵਾਰ ਤੱਕ ਬਰਫ਼ਬਾਰੀ ਹੋਣ ਦੀ ਪੇਸ਼ਨਗੋਈ ਕੀਤੀ ਗਈ ਸੀ, ਜਿਸ ਤੋਂ ਬਾਅਦ ਉੱਥੇ ਭਾਰੀ ਬਰਫ਼ਬਾਰੀ ਹੋਈ, ਜਦਕਿ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਦੇ ਵਿਚਕਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਵਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਟਰੰਪ ਨੇ ਸਪਸ਼ਟ ਕੀਤਾ ਹੈ ਕਿ ਇਹ ਜੰਗ ਲੰਬੇ ਸਮੇਂ ਤੱਕ ਜਾਰੀ ਰਹਿ ਸਕਦੀ ਹੈ, ਕਿਉਂਕਿ ਅਮਰੀਕਾ ਇਸ ਮਸਲੇ ਦਾ ਸਥਾਈ ਹੱਲ ਚਾਹੁੰਦਾ ਹੈ। ਟਰੰਪ ਨੇ ਈਰਾਨੀ ਲੀਡਰਸ਼ਿਪ ਤੇ ਤਿੱਖਾ ਹਮਲਾ ਕਰਦਿਆਂ ਇਹ ਕਿਹਾ ਕਿ ਉਹ ਪਾਗਲ ਲੋਕਾਂ ਦੇ ਹੱਥਾਂ ਵਿੱਚ ਪਰਮਾਣੂ ਹਥਿਆਰਾਂ ਦਾ ਕੰਟਰੋਲ ਨਹੀਂ ਰਹਿਣ ਦੇ ਸਕਦੇ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕੀਤੀ ਗਈ ਫੌਜੀ ਕਾਰਵਾਈ ਆਪਰੇਸ਼ਨ ਐਪਿਕ ਫਿਊਰੀ ਹੁਣ ਤੀਜੇ ਹਫ਼ਤੇ ਵਿੱਚ ਦਾਖਲ ਹੋ ਗਈ ਹੈ। ਟਰੰਪ ਨੇ ਇਸ ਕਾਰਵਾਈ ਦਾ ਬਚਾਅ ਕਰਦਿਆਂ ਇਹ ਕਿਹਾ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਸਿਰਫ 2 ਹਫ਼ਤੇ ਦੂਰ ਸੀ। ਜੇਕਰ ਅਮਰੀਕਾ ਹਮਲਾ ਨਾ ਕਰਦਾ ਤਾਂ ਈਰਾਨ ਹੁਣ ਤੱਕ ਪਰਮਾਣੂ ਸ਼ਕਤੀ ਬਣ ਚੁੱਕਿਆ ਹੁੰਦਾ। ਜੰਗ ਬਹੁਤ ਵਧੀਆ ਢੰਗ ਨਾਲ ਅੱਗੇ ਵਧ ਰਹੀ ਹੈ ਅਤੇ ਅਮਰੀਕੀ ਫੌਜ ਸ਼ਾਨਦਾਰ ਕੰਮ ਕਰ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਭਵਿੱਖ ਵਿੱਚ ਕਿਸੇ ਹੋਰ ਅਮਰੀਕੀ ਰਾਸ਼ਟਰਪਤੀ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨਾ ਪਵੇ। ਇਸ ਲਈ ਉਹ ਈਰਾਨ ਦੇ ਪਰਮਾਣੂ ਖਤਰੇ ਨੂੰ ਹਮੇਸ਼ਾ ਲਈ ਖਤਮ ਕਰਨਾ ਚਾਹੁੰਦੇ ਹਨ। ਇੱਕ ਪਾਸੇ ਜਿੱਥੇ ਟਰੰਪ ਜੰਗ ਦੀ ਸਫਲਤਾ ਦੇ ਦਾਅਵੇ ਕਰ ਰਹੇ ਹਨ, ਉੱਥੇ ਉਹਨਾਂ ਦੇ ਪ੍ਰਸ਼ਾਸਨ ਨੂੰ ਅੰਦਰੂਨੀ ਝਟਕਾ ਲੱਗਾ ਹੈ। ਨੈਸ਼ਨਲ ਕਾਊਂਟਰ ਟੂਰਿਜ਼ਮ ਸੈਂਟਰ ਦੇ ਮੁਖੀ ਜੋਸਫ ਕੈਂਟ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹ ਈਰਾਨ ਜੰਗ ਦੇ ਵਿਰੋਧ ਵਿੱਚ ਅਸਤੀਫਾ ਦੇਣ ਵਾਲੇ ਸਭ ਤੋਂ ਸੀਨੀਅਰ ਅਧਿਕਾਰੀ ਬਣ ਗਏ ਹਨ। ਕੈਂਟ ਨੇ ਆਪਣੇ ਅਸਤੀਫੇ ਵਿੱਚ ਜੰਗ ਦੇ ਜਾਇਜ਼ ਹੋਣ ਤੇ ਗੰਭੀਰ ਸਵਾਲ ਚੁੱਕੇ ਹਨ। ਉਹਨਾਂ ਦਾ ਇਹ ਕਹਿਣਾ ਹੈ ਕਿ ਈਰਾਨ ਤੋਂ ਅਮਰੀਕਾ ਨੂੰ ਕੋਈ ਅਜਿਹਾ ਤੁਰੰਤ ਖਤਰਾ ਨਹੀਂ ਸੀ ਜਿਸ ਲਈ ਜੰਗ ਜ਼ਰੂਰੀ ਹੋਵੇ। ਇਹ ਜੰਗ ਇਜ਼ਰਾਈਲ ਅਤੇ ਉਸਦੇ ਸ਼ਕਤੀਸ਼ਾਲੀ ਲਾਬੀ ਸਮੂਹਾਂ ਦੇ ਦਬਾਅ ਹੇਠ ਸ਼ੁਰੂ ਕੀਤੀ ਗਈ ਹੈ। ਉਹ ਆਪਣੀ ਜ਼ਮੀਰ ਅਨੁਸਾਰ ਇਸ ਨਾਜਾਇਜ਼ ਖੂਨ ਖਰਾਬੇ ਦਾ ਹਿੱਸਾ ਨਹੀਂ ਬਣ ਸਕਦੇ। ਬ੍ਰਿਟੇਨ ਵਿੱਚ ਕੋਰ ਟੂ ਖਾਨ ਮੂਵਮੈਂਟ ਚੱਲ ਰਿਹਾ ਹੈ। ਸਿੱਖ ਲੜਕੀਆਂ ਨੂੰ ਫਸਾ ਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ। ਇਸ ਲਈ ਯੂਕੇ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਸਰਗਰਮ ਹਨ। ਇੰਗਲੈਂਡ ਵਿੱਚ ਰਹਿਣ ਵਾਲੇ ਪੰਜਾਬੀ ਨਵਦੀਪ ਸਿੰਘ ਨੇ ਇੱਕ ਯੁਵਤੀ ਦਾ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਹ ਯੁਵਤੀ ਇਹ ਸਾਰੇ ਦਾਅਵੇ ਕਰ ਰਹੀ ਹੈ, ਜਦਕਿ ਇਸ ਗੱਲ ਦੇ ਦਾਅਵੇ ਦੀ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਗਈ ਹੈ। ਸਿੱਖ ਲੜਕੀ ਨੇ ਇਸ ਵਿੱਚ ਦਾਅਵਾ ਕੀਤਾ ਹੈ ਕਿ ਯੂਕੇ ਵਿੱਚ ਗਰੂਮਿੰਗ ਗੈਂਗ ਨੂੰ ਕੋਰ ਨੂੰ ਖਾਨ ਯਾਨੀ ਕਿ ਇਸ ਸਿੱਖ ਲੜਕੀ ਨੂੰ ਮੁਸਲਿਮ ਬਣਾਉਣ ਤੇ 10,000 ਪਾਉਂਡ ਦਿੱਤੇ ਜਾਂਦੇ ਹਨ। ਸਿੱਖ ਲੜਕੀ ਦਾ ਇਹ ਕਹਿਣਾ ਹੈ ਕਿ ਪਾਕਿਸਤਾਨੀ ਮੂਲ ਦੇ ਗਰੂਮਿੰਗ ਗੈਂਗ ਸੋਚ ਸਮਝ ਕੇ ਸਾਜ਼ਿਸ਼ ਅਧੀਨ ਗੈਰ ਮੁਸਲਿਮ ਲੜਕੀਆਂ ਨੂੰ, ਖਾਸ ਕਰਕੇ ਸਿੱਖ ਲੜਕੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸਿੱਖ ਲੜਕੀ ਨੇ ਗਰੂਮਿੰਗ ਗੈਂਗ ਦੀ ਨੀਤੀ ਦਾ ਵੀ ਖੁਲਾਸਾ ਕੀਤਾ। ਉਸ ਦਾ ਇਹ ਕਹਿਣਾ ਹੈ ਕਿ ਗਰੂਮਿੰਗ ਗੈਂਗ ਪਹਿਲਾਂ ਲੜਕੀਆਂ ਨੂੰ ਟਾਰਗੇਟ ਕਰਦੇ ਹਨ ਅਤੇ ਉਹਨਾਂ ਦੇ ਨਾਲ ਇਮੋਸ਼ਨਲੀ ਅਟੈਚ ਹੁੰਦੇ ਹਨ। ਫਿਰ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਤੇ ਰੈਸਟੋਰੈਂਟਾਂ ਵਿੱਚ ਘੁਮਾਉਂਦੇ ਹਨ ਅਤੇ ਜਦੋਂ ਲੜਕੀ ਉਹਨਾਂ ਦੇ ਜਾਲ ਵਿੱਚ ਫਸ ਜਾਂਦੀ ਹੈ ਤਾਂ ਉਸ ਦਾ ਧਰਮ ਪਰਿਵਰਤਨ ਕਰਵਾ ਦਿੰਦੇ ਹਨ। ਉਸ ਲੜਕੀ ਦਾ ਦਾਅਵਾ ਹੈ ਕਿ ਵੱਖ-ਵੱਖ ਧਰਮਾਂ ਦੀਆਂ ਲੜਕੀਆਂ ਨੂੰ ਫਸਾਉਣ ਦੇ ਰੇਟ ਵੀ ਵੱਖਰੇ ਹਨ। ਸਿੱਖ ਲੜਕੀ ਨੂੰ ਫਸਾ ਕੇ ਮੁਸਲਿਮ ਬਣਾਉਣ ਤੇ ਨੌਜਵਾਨ ਨੂੰ 10,000 ਪਾਉਂਡ ਯਾਨੀ ਕਿ ਲਗਭਗ 11 ਲੱਖ ਰੁਪਏ ਮਿਲਦੇ ਹਨ, ਜਦਕਿ ਹਿੰਦੂ ਜਾਂ ਈਸਾਈ ਲੜਕੀ ਦੇ ਧਰਮ ਪਰਿਵਰਤਨ ਕਰਵਾਉਣ ਤੇ 5,000 ਪਾਉਂਡ ਯਾਨੀ ਲਗਭਗ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ। ਕੈਨੇਡਾ ਦੀਆਂ ਸੜਕਾਂ ਤੇ ਇੱਕ ਵਾਰ ਫਿਰ ਇੱਕ ਪੰਜਾਬੀ ਨੌਜਵਾਨ ਦਾ ਖੂਨ ਵਹਿਣ ਦੀ ਬੇहद ਦੁਖਦਾਈ ਖਬਰ ਸਾਹਮਣੇ ਆਈ ਹੈ। ਸਟੱਡੀ ਵੀਜ਼ਾ ਤੇ ਸੁਪਨੇ ਸਜਾ ਕੇ ਕੈਨੇਡਾ ਗਏ 22 ਸਾਲਾਂ ਦੇ ਬਰਿੰਦਰ ਸਿੰਘ ਦੀ ਐਡਮਿੰਟਨ ਨੇੜੇ ਹਾਈਵੇ 2 ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਰਿੰਦਰ ਆਪਣੇ 2 ਬਚਪਨ ਦੇ ਦੋਸਤਾਂ ਨਾਲ ਪਹਿਲੀ ਵਾਰ ਲੰਬੀ ਡਰਾਈਵ ਤੇ ਬੈਂਫ ਘੁੰਮਣ ਜਾ ਰਿਹਾ ਸੀ। ਬਰਿੰਦਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪਿਛਲੇ 3 ਸਾਲਾਂ ਤੋਂ ਉਸਦੇ ਮਾਪਿਆਂ ਨੇ ਆਪਣੇ ਪੁੱਤ ਦਾ ਚਿਹਰਾ ਤੱਕ ਨਹੀਂ ਸੀ ਵੇਖਿਆ। ਜਾਣਕਾਰੀ ਦੇ ਅਨੁਸਾਰ ਬਰਿੰਦਰ ਆਪਣੀ ਹੋਂਡਾ ਸਿਵਿਕ ਕਾਰ ਚਲਾ ਰਿਹਾ ਸੀ ਕਿ ਅਚਾਨਕ ਇੱਕ ਚਿੱਟੇ ਰੰਗ ਦਾ ਪਿਕਅਪ ਟਰੱਕ ਉਹਨਾਂ ਦੀ ਕਾਰ ਦੇ ਬਰਾਬਰ ਆ ਕੇ ਰੁਕਿਆ। ਟਰੱਕ ਸਵਾਰਾਂ ਨੇ ਪਹਿਲਾਂ ਬਰਿੰਦਰ ਵੱਲ ਦੋਸਤਾਨਾ ਇਸ਼ਾਰਾ ਕੀਤਾ। ਜਿਵੇਂ ਹੀ ਬਰਿੰਦਰ ਨੇ ਅੱਗੇ ਜਵਾਬੀ ਇਸ਼ਾਰਾ ਕੀਤਾ, ਹਮਲਾਵਰਾਂ ਨੇ ਬਿਨਾਂ ਕਿਸੇ ਭੜਕਾਹਟ ਦੇ ਆਪਣੀ ਖਿੜਕੀ ਹੇਠਾਂ ਕਰਕੇ ਸਿੱਧੀ ਗੋਲੀ ਚਲਾ ਦਿੱਤੀ। ਗੋਲੀ ਬਰਿੰਦਰ ਦੀ ਗਰਦਨ ਵਿੱਚ ਲੱਗੀ, ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ। ਉਸਦੇ ਦੋਸਤਾਂ ਨੇ ਬੜੀ ਮੁਸ਼ਕਲ ਨਾਲ ਕਾਰ ਤੇ ਕਾਬੂ ਪਾਇਆ ਅਤੇ ਸੜਕ ਦੇ ਕਿਨਾਰੇ ਰੋਕ ਕੇ ਪੁਲਿਸ ਨੂੰ ਸੂਚਿਤ ਕੀਤਾ, ਪਰ ਉਦੋਂ ਤੱਕ ਬਰਿੰਦਰ ਦਮ ਤੋੜ ਚੁੱਕਿਆ ਸੀ। ਲੈਡੁਕ
ਆਰਸੀਐਮਪੀ ਮੇਜਰ ਕ੍ਰਾਈਮਸ ਯੂਨਿਟ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਿੰਦਰ ਦੇ ਦੋਸਤਾਂ ਦਾ ਮੰਨਣਾ ਹੈ ਕਿ ਇਹ ਹਮਲਾ ਨਸਲਵਾਦ ਜਾਂ ਨਫ਼ਰਤ ਤੋਂ ਪ੍ਰੇਰਿਤ ਹੋ ਸਕਦਾ ਹੈ, ਕਿਉਂਕਿ ਵਰਿੰਦਰ ਦਾ ਕਦੇ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਹੋਇਆ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਲਈ ਲੋਕਾਂ ਤੋਂ ਡੈਸ਼ ਕੈਮ ਫੁਟੇਜ ਦੀ ਮੰਗ ਕੀਤੀ ਹੈ। ਦੂਜੇ ਪਾਸੇ ਵਰਿੰਦਰ ਦੇ ਭਰਾ ਪੂਰਨ ਸਿੰਘ ਅਤੇ ਪੰਜਾਬ ਵਿੱਚ ਰਹਿੰਦੇ ਪਰਿਵਾਰ ਦਾ ਰੋ ਕੇ ਬੁਰਾ ਹਾਲ ਹੈ। ਦੋਸਤਾਂ ਦੇ ਵੱਲੋਂ GoFundMe ਰਾਹੀਂ ਫੰਡ ਇਕੱਠਾ ਕੀਤਾ ਜਾ ਰਿਹਾ ਹਨ ਤਾਂ ਜੋ ਇਕਲੌਤੇ ਪੁੱਤ ਦੀ ਦੇਹ ਭਾਰਤ ਭੇਜੀ ਜਾ ਸਕੇ ਅਤੇ ਮਾਪੇ ਆਖਰੀ ਵਾਰ ਉਸ ਦਾ ਦੀਦਾਰ ਕਰ ਸਕਣ। ਸਿੰਗਾਪੁਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਭਾਰਤੀ ਨਾਗਰਿਕ ਆਕਾਸ਼ ਤਿਵਾਰੀ ਤੇ ਸਿੰਗਾਪੁਰ 에ਅਰਲਾਈਨਸ ਦੀ ਫਲਾਈਟ ਵਿੱਚ ਮਹਿਲਾ ਫਲਾਈਟ ਅਟੈਂਡੈਂਟ ਨਾਲ ਛੇੜਛਾੜ ਅਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ 9 ਫਰਵਰੀ ਨੂੰ ਉਸ ਸਮੇਂ ਵਾਪਰੀ ਜਦੋਂ ਜਹਾਜ਼ ਲੈਂਡਿੰਗ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਅਨੁਸਾਰ ਆਕਾਸ਼ ਤਿਵਾਰੀ ਤੇ ਅਪਰਾਧਿਕ ਬਲ ਦੀ ਵਰਤੋਂ ਕਰਕੇ ਮਹਿਲਾ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਉਸਨੇ ਮਹਿਲਾ ਅਟੈਂਡੈਂਟ ਦੇ ਨਿੱਜੀ ਅੰਗਾਂ ਦੇ ਨੇੜੇ ਛੋਇਆ। ਇਹ ਸਭ ਉਦੋਂ ਹੋਇਆ ਜਦੋਂ ਮਹਿਲਾ ਆਪਣੀ ਡਿਊਟੀ ਦੌਰਾਨ ਉਸਦੀ ਸੀਟ ਦੇ ਕੋਲ ਸੇਵਾ ਦੇ ਰਹੀ ਸੀ। ਮਹਿਲਾ ਨੇ ਤੁਰੰਤ ਉਸ ਨੂੰ ਰੋਕਣ ਲਈ ਕਿਹਾ ਅਤੇ ਗੈਲੇ ਵਿੱਚ ਜਾ ਕੇ ਲੈਂਡਿੰਗ ਦੀ ਤਿਆਰੀ ਕਰਨ ਲੱਗੀ, ਪਰ ਆਕਾਸ਼ ਤਿਵਾਰੀ ਨੇ ਉਸ ਦਾ ਪਿੱਛਾ ਕੀਤਾ। ਉਹ ਗੈਲੇ ਵਿੱਚ ਪਹੁੰਚ ਗਿਆ ਜਿੱਥੇ ਉਸਨੇ ਮਹਿਲਾ ਨੂੰ ਕੋਨੇ ਵਿੱਚ ਧੱਕ ਦਿੱਤਾ ਅਤੇ ਲਗਾਤਾਰ ਪਰੇਸ਼ਾਨ ਕਰਦਾ ਰਿਹਾ। ਇਸ ਨਾਲ ਮਹਿਲਾ ਕਾਫੀ ਡਰ ਗਈ ਅਤੇ ਤਣਾਅ ਵਿੱਚ ਆ ਗਈ। ਮਹਿਲਾ ਨੇ ਉੱਚੀ ਚੀਕਿਆ ਅਤੇ ਉੱਥੇ ਨਿਕਲ ਗਈ, ਪਰ ਆਕਾਸ਼ ਤਿਵਾਰੀ ਨੇ ਫਿਰ ਤੋਂ ਉਸ ਦਾ ਪਿੱਛਾ ਕੀਤਾ ਤੇ ਆਇਲਸ ਤੱਕ ਆ ਗਿਆ ਔਰ ਅਖੀਰ ਵਿੱਚ ਜਦੋਂ ਮਹਿਲਾ ਨੇ ਆਪਣੇ ਸੁਪਰਵਾਈਜ਼ਰ ਨੂੰ ਇਸ ਦੀ ਰਿਪੋਰਟ ਕੀਤੀ ਉਦੋਂ ਜਾ ਕੇ ਉਹ ਆਪਣੀ ਸੀਟ ਤੇ ਵਾਪਸ ਪਰਤਿਆ। ਪੁਲਿਸ ਰਿਪੋਰਟ ਦੇ ਅਨੁਸਾਰ ਆਕਾਸ਼ ਤਿਵਾਰੀ ਤੇ ਧਮਕੀ ਭਰੇ ਵਿਵਹਾਰ ਦਾ ਵੀ ਦੋਸ਼ ਹੈ। ਉਸਨੇ ਮਹਿਲਾ ਨੂੰ ਡਰਾਉਣ ਅਤੇ ਪਰੇਸ਼ਾਨ ਕਰਨ ਲਈ ਇਹ ਸਭ ਕੀਤਾ। ਘਟਨਾ ਦੀ ਸੂਚਨਾ ਉਸੇ ਦਿਨ ਪੁਲਿਸ ਨੂੰ ਮਿਲ ਗਈ। 에ਅਰਪੋਰਟ ਪੁਲਿਸ ਡਿਵੀਜ਼ਨ ਦੇ ਅਧਿਕਾਰੀ ਜਾਂਚ ਵਿੱਚ ਜੁਟ ਗਏ ਅਤੇ ਜਹਾਜ਼ ਦੇ ਚਾਂਗੀ 에ਅਰਪੋਰਟ ਪਹੁੰਚਦੇ ਹੀ ਆਕਾਸ਼ ਤਿਵਾਰੀ ਨੂੰ ਗ੍ਰਿਫਤਾਰ ਕਰ ਲਿਆ। ਮਹਿਲਾ ਦੀ ਪਛਾਣ ਗੁਪਤ ਰੱਖਣ ਲਈ ਅਦਾਲਤ ਨੇ ਗੈਂਗ ਆਰਡਰ ਜਾਰੀ ਕਰ ਦਿੱਤਾ ਹੈ। ਮੰਗਲਵਾਰ ਨੂੰ ਅਦਾਲਤ ਵਿੱਚ ਆਕਾਸ਼ ਤਿਵਾਰੀ ਤੇ ਰਸਮੀ ਤੌਰ ਤੇ ਦੋਸ਼ ਲਗਾਏ ਗਏ। ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸਨੇ ਖੁਦ ਬੇਗੁਨਾਹ ਦੱਸਿਆ ਅਤੇ ਨੋਟ ਗਿਲਟੀ ਕਿਹਾ। ਹੁਣ ਅਗਲੀ ਸੁਣਵਾਈ ਦੀ ਉਡੀਕ ਹੈ। ਇਸ ਤੋਂ ਇਲਾਵਾ ਮੋਲੈਸਟੇਸ਼ਨ ਯਾਨੀ ਕਿ ਛੇੜਛਾੜ ਦੇ ਦੋਸ਼ ਵਿੱਚ ਦੋਸ਼ੀ ਪਾਏ ਜਾਣ ਤੇ ਉਸ ਨੂੰ 3 ਸਾਲ ਤੱਕ ਦੀ ਜੇਲ੍ਹ, ਜੁਰਮਾਨਾ, ਕੈਨਿੰਗ ਯਾਨੀ ਕਿ ਬੈਂਤ ਮਾਰਨਾ ਜਾਂ ਇਹਨਾਂ ਵਿੱਚ ਕੋਈ ਵੀ ਸਜ਼ਾ ਹੋ ਸਕਦੀ ਹੈ। ਧਮਕੀ ਭਰੇ ਵਿਵਹਾਰ ਅਤੇ ਡਿਸਟ੍ਰੈਸ ਪੈਦਾ ਕਰਨ ਲਈ 6 ਮਹੀਨੇ ਤੱਕ ਜੇਲ੍ਹ ਜਾਂ 5000 ਸਿੰਗਾਪੁਰ ਡਾਲਰ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਪੱਛਮੀ ਏਸ਼ੀਆ ਵਿੱਚ ਜੰਗ ਦੇ ਹਾਲਾਤ ਬਹੁਤ ਗੰਭੀਰ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਆਸਟ੍ਰੇਲੀਆ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਸਵੇਰੇ ਸੰਯੁਕਤ ਅਰਬ ਅਮੀਰਾਤ ਦੇ ਅਲ ਮਿਨਹਾਦ 에ਅਰ ਬੇਸ ਤੇ ਇੱਕ ਇਰਾਨੀ ਹਮਲਾ ਹੋਇਆ ਹੈ, ਜਿਸ ਤੇ ਉੱਥੇ ਮੌਜੂਦ ਆਸਟ੍ਰੇਲੀਆਈ ਰੱਖਿਆ ਬਲਾਂ ਦੇ ਰਿਹਾਇਸ਼ੀ ਅਤੇ ਮੈਡੀਕਲ ਬਲਾਕਾਂ ਨੂੰ ਨੁਕਸਾਨ ਪਹੁੰਚਿਆ। ਜਾਣਕਾਰੀ ਅਨੁਸਾਰ ਇਹ ਹਮਲਾ ਬੁੱਧਵਾਰ ਸਵੇਰੇ ਹੋਇਆ ਜਦੋਂ ਇੱਕ ਇਰਾਨੀ ਮਿਜ਼ਾਈਲ ਜਾਂ ਡਰੋਨ 에ਅਰ ਬੇਸ ਦੇ ਬਿਲਕੁਲ ਬਾਹਰ ਸੜਕ ਤੇ ਆ ਡਿੱਗਾ। ਹਮਲੇ ਤੋਂ ਬਾਅਦ ਲੱਗੀ ਅੱਗ ਕਾਰਨ ਆਸਟ੍ਰੇਲੀਆਈ ਫੌਜ ਦੇ ਰਿਹਾਇਸ਼ੀ ਕੁਆਟਰਾਂ ਅਤੇ ਇੱਕ ਮੈਡੀਕਲ ਫੈਸਿਲਿਟੀ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਹਾਲਾਂਕਿ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਆਸਟ੍ਰੇਲੀਆਈ ਫੌਜੀ ਸੁਰੱਖਿਅਤ ਹਨ ਅਤੇ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ। ਜ਼ਿਕਰਯੋਗ ਹੈ ਕਿ ਅਲ ਮਿਨਹਾਦ 에ਅਰ ਬੇਸ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆਈ ਫੌਜ ਲਈ ਮੱਧ ਪੂਰਬ ਵਿੱਚ ਇੱਕ ਪ੍ਰਮੁੱਖ ਲੌਜਿਸਟਿਕਸ ਨਿਗਰਾਨੀ ਅਤੇ ਟ੍ਰੇਨਿੰਗ ਸੈਂਟਰ ਰਿਹਾ ਹੈ। ਇੱਥੇ 100 ਤੋਂ ਵੱਧ ਆਸਟ੍ਰੇਲੀਆਈ ਫੌਜੀ ਤੈਨਾਤ ਹਨ। ਇਸ ਤੋਂ ਇਲਾਵਾ ਇੱਥੇ ਬ੍ਰਿਟਿਸ਼ ਅਤੇ ਅਮਰੀਕੀ ਫੌਜਾਂ ਦੀਆਂ ਟੁਕੜੀਆਂ ਵੀ ਮੌਜੂਦ ਹਨ। ਰਿਪੋਰਟਾਂ ਦੇ ਅਨੁਸਾਰ ਜੰਗ ਦੇ ਪਹਿਲੇ ਹਫ਼ਤੇ ਵਿੱਚ ਹੀ UAE ਤੇ ਲਗਭਗ 1700 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 90% ਨੂੰ ਹਵਾ 'ਚ ਹੀ ਤਬਾਹ ਕਰ ਦਿੱਤਾ ਗਿਆ ਸੀ। ਪਰ ਇਸ ਵਾਰ ਹਮਲਾ ਆਸਟ੍ਰੇਲੀਆਈ ਸਹੂਲਤਾਂ ਦੇ ਬਹੁਤ ਕਰੀਬ ਹੋਇਆ ਹੈ, ਜਿਸ ਮਗਰੋਂ ਇਲਾਕੇ 'ਚ ਤਣਾਅ ਹੋਰ ਵਧਣ ਦਾ ਖਤਰਾ ਪੈਦਾ ਹੋ ਗਿਆ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਈਰਾਨ ਪੂਰੇ ਖੇਤਰ ਵਿੱਚ ਅੰਨ੍ਹੇਵਾਹ ਹਮਲੇ ਕਰ ਰਿਹਾ ਹੈ। ਰੱਖਿਆ ਮੰਤਰੀ ਰਿਚਰਡ ਮਾਰਸ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸਰਕਾਰ ਲਈ ਫੌਜੀਆਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਹਾਲਾਤ ਦੇ ਮੁਤਾਬਕ ਸੁਰੱਖਿਆ ਦੇ ਹੋਰ ਸਖਤ ਪ੍ਰਬੰਧ ਕੀਤੇ ਜਾਣਗੇ। ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਜਾਰੀ ਹੈ। ਇਜ਼ਰਾਈਲੀ ਰੱਖਿਆ ਬਲਾਂ ਨੇ ਈਰਾਨੀ ਕਮਾਂਡਰ ਗੁਲਾਮ ਰੇਜ਼ਾ ਸੁਲੇਮਾਨੀ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਸਨੇ ਈਰਾਨੀ ਰੈਵੋਲੂਸ਼ਨਰੀ ਗਾਰਡ ਫੋਰਸਿਸ ਦੀ ਬਾਸੀਜ ਯੂਨਿਟ ਦੇ ਮੁਖੀ ਨੂੰ ਮਾਰ ਦਿੱਤਾ ਹੈ, ਜੋ ਪਿਛਲੇ 6 ਸਾਲਾਂ ਤੋਂ ਬਾਸੀਜ ਯੂਨਿਟ ਦੇ ਕਮਾਂਡਰ ਵਜੋਂ ਸੇਵਾ ਨਿਭਾ ਰਿਹਾ ਸੀ। ਇਜ਼ਰਾਈਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਨੂੰ ਕੱਲ ਰਾਤ ਇੱਕ ਹਵਾਈ ਹਮਲੇ ਵਿੱਚ ਮਾਰ ਦਿੱਤਾ ਗਿਆ ਸੀ। ਲਾਰੀਜਾਨੀ ਨੂੰ ਈਰਾਨ ਦੇ ਸਭ ਤੋਂ ਸ਼ਕਤੀਸ਼ਾਲੀ ਅਧਿਕਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਾਲਾਂਕਿ ਈਰਾਨ ਨੇ ਅਜੇ ਤੱਕ ਇਨ੍ਹਾਂ ਇਜ਼ਰਾਈਲੀ ਦਾਅਵਿਆਂ ਦਾ ਅਧਿਕਾਰਤ ਤੌਰ ਤੇ ਜਵਾਬ ਨਹੀਂ ਦਿੱਤਾ ਹੈ। ਨਿਊਯਾਰਕ ਟਾਈਮਸ ਦੇ ਮੁਤਾਬਕ ਈਰਾਨ ਤੇ ਹੁਣ ਤੱਕ 15000 ਤੋਂ ਵੱਧ ਹਮਲੇ ਕਰਨ ਦਾ ਦਾਅਵਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਜੰਗ ਛੇਤੀ ਹੀ ਖਤਮ ਹੋ ਜਾਵੇਗੀ। ਇਸ ਤੋਂ ਬਾਅਦ ਦੁਨੀਆ ਜ਼ਿਆਦਾ ਸੁਰੱਖਿਅਤ ਹੋ ਜਾਵੇਗੀ। ਇਸ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਅਜਿਹਾ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ। ਵਾਈਟ ਹਾਊਸ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਈਰਾਨ ਜੰਗ ਨੂੰ ਜ਼ਰੂਰੀ ਦੱਸਿਆ
ਹੋਰਮੁਜ਼ ਜਲਮਾਰਗ ਵਿੱਚ ਤੇਲ ਟੈਂਕਰਾਂ ਨੂੰ ਸੁਰੱਖਿਆ ਦੇਣ ਲਈ ਆਪਣੇ ਬੇੜੇ ਭੇਜਣ ਦੇ ਮਾਮਲੇ ਤੇ ਨਾਟੋ ਦੇਸ਼ਾਂ ਦੇ ਪਿੱਛੇ ਹਟਣ ਤੇ ਟਰੰਪ ਨੇ ਕਿਹਾ ਕਿ ਉਹ ਬਹੁਤ ਮੂਰਖਤਾ ਭਰੀ ਗਲਤੀ ਕਰ ਰਹੇ ਹਨ। ਅਸੀਂ ਇਸ ਗੱਲ ਨੂੰ ਯਾਦ ਰੱਖਾਂਗੇ ਕਿਉਂਕਿ ਇਹ ਸਾਡੇ ਲਈ ਝਟਕੇ ਤੋਂ ਘੱਟ ਨਹੀਂ ਹੈ। ਟਰੰਪ ਨੇ ਕਿਹਾ ਕਿ ਉਹਨਾਂ ਨੇ ਸੋਚਿਆ ਸੀ ਕਿ ਯੂਰਪ ਹੋਰਮੁਜ਼ ਜਲਮਾਰਗ ਨੂੰ ਸੁਰੱਖਿਅਤ ਬਣਾਉਣ ਦੇ ਲਈ ਮਾਈਨਸ ਵਿਪਰ ਭੇਜੇਗਾ। ਯੂਰਪ ਲਈ ਅਜਿਹਾ ਕਰਨਾ ਵੱਡੀ ਗੱਲ ਨਹੀਂ ਸੀ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਹਾਲਾਂਕਿ ਟਰੰਪ ਨੇ ਕਿਹਾ ਕਿ ਕੁਝ ਦੇਸ਼ ਸਾਡੀ ਮਦਦ ਲਈ ਆ ਰਹੇ ਹਨ। ਅਸੀਂ ਆਪਣੇ ਨਾਟੋ ਸਾਥੀਆਂ ਦੀ ਪੂਰੀ ਮਦਦ ਕਰਦੇ ਹਾਂ। ਸਾਡੇ 45,000 ਫੌਜੀ ਜਾਪਾਨ ਵਿੱਚ ਹਨ, 45,000 ਦੱਖਣੀ ਕੋਰੀਆ ਵਿੱਚ, 40 ਤੋਂ 50,000 ਫੌਜੀ ਜਰਮਨੀ ਵਿੱਚ ਹਨ। ਅਸੀਂ ਇਹਨਾਂ ਸਾਰੇ ਦੇਸ਼ਾਂ ਦੀ ਰੱਖਿਆ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਉਹ ਬ੍ਰਿਟੇਨ ਦੇ ਪੀਐਮ ਕੀਅਰ ਸਟਾਰਮਰ ਦੇ ਰਵੱਈਏ ਤੇ ਬਹੁਤ ਨਾਖੁਸ਼ ਹਨ। ਉਹਨਾਂ ਨੇ ਕਿਹਾ ਉਹਨਾਂ ਨੂੰ ਫੈਸਲਾ ਲੈਣ ਦੇ ਲਈ ਟੀਮ ਦੀ ਲੋੜ ਹੈ, ਜਦਕਿ ਉਹ ਖੁਦ ਪ੍ਰਧਾਨ ਮੰਤਰੀ ਹਨ। ਇਸ ਦੇ ਨਾਲ ਹੀ ਟਰੰਪ ਨੇ ਸਪਸ਼ਟ ਕੀਤਾ ਕਿ ਇਰਾਨ ਜੰਗ ਕਾਰਨ ਉਹ ਮਹੀਨੇ ਭਰ ਲਈ ਚੀਨ ਦੌਰਾ ਟਾਲ ਰਹੇ ਹਨ। ਉਹ 31 ਮਾਰਚ ਤੋਂ 2 ਅਪ੍ਰੈਲ ਤੱਕ ਚੀਨ ਦੌਰੇ ਤੇ ਜਾਣ ਵਾਲੇ ਸਨ। ਹਾਲਾਂਕਿ ਚੀਨ ਵੱਲੋਂ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਸੀ। ਉਹਨਾਂ ਨੇ ਕਿਊਬਾ ਨਾਲ ਜੁੜੇ ਇੱਕ ਸਵਾਲ ਤੇ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਇਸ ਮਾਮਲੇ ਨੂੰ ਦੇਖ ਰਹੇ ਸਨ। ਅਸੀਂ ਜਲਦ ਹੀ ਕੁਝ ਕਰਨ ਵਾਲੇ ਹਾਂ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।